ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੀਬੀਸੀ। ਮੈਂ ਮਨਦੀਪ ਸਿੰਘ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦਾ। ਖਬਰਾਂ ਦੇ ਬੁਲੇਟਿਨ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ। ਅੱਜ ਦੀ ਪਹਿਲੀ ਖਬਰ ਕਿ ਆਸਟ੍ਰੇਲੀਆ ਦੇ ਵਿੱਚ ਦੋ ਸਿੱਖਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਦੋ ਪੰਜਾਬੀਆਂ ਨੂੰ, ਦੋ ਸਿੱਖਾਂ ਨੂੰ ਉੱਥੇ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ, ਪਰ ਉਹਨਾਂ ਨੇ ਇਸ ਦੇ ਸਾਹਮਣੇ ਗੋਡੇ ਨਹੀਂ ਟੇਕੇ, ਬਲਕਿ ਇਸ ਦੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ ਹੈ। ਪੂਰੀ ਖਬਰ ਇਹ ਹੈ ਕਿ ਮੈਲਬੌਰਨ ਦੇ ਵਿੱਚ ਦੋ ਸਿੱਖ ਜੋ ਕਿ ਕਿਸੇ ਟਰੱਕ ਕੰਪਨੀ ਦੇ ਵਿੱਚ ਜੌਬ ਕਰਦੇ ਨੇ, ਕੰਮ ਕਰਦੇ ਨੇ, ਤਾਂ ਉੱਥੇ ਕੰਮ ਕਰਨ ਵਾਲੇ ਕਿਸੇ ਉੱਚ ਅਧਿਕਾਰੀ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਉੱਤੇ ਨਸਲਵਾਦ ਦੀ ਕੋਈ ਟਿੱਪਣੀ ਕੀਤੀ। ਜਦੋਂ ਉਹਨਾਂ ਨੇ ਉਸ ਅਧਿਕਾਰੀ ਦੇ ਖਿਲਾਫ ਕੰਪਨੀ ਦੇ ਮਾਲਕ ਨੂੰ ਸ਼ਿਕਾਇਤ ਕੀਤੀ, ਇਹਨਾਂ ਦੋਵੇਂ ਵਿਅਕਤੀਆਂ ਦੇ ਨਾਮ ਰਵਿੰਦਰ ਸਿੰਘ ਅਤੇ ਸੁਮਿਤ ਆਨੰਦਪੁਰ ਹੈ। ਸੁਮਿਤ ਆਨੰਦਪੁਰ ਅਤੇ ਰਮਿੰਦਰ ਸਿੰਘ ਨਾਂ ਦੇ ਵਿਅਕਤੀਆਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ, ਤੇ ਜਦੋਂ ਇੱਕ ਉੱਚ ਅਧਿਕਾਰੀ ਨੇ ਇਹਨਾਂ ਦੇ ਖਿਲਾਫ ਨਸਲਵਾਦ ਦੀ ਟਿੱਪਣੀ ਕੀਤੀ, ਜਿਸ ਤੋਂ ਬਾਅਦ ਇਹਨਾਂ ਨੇ ਕੰਪਨੀ ਦੇ ਮਾਲਕ ਨੂੰ ਸ਼ਿਕਾਇਤ ਕੀਤੀ ਅਤੇ ਕੰਪਨੀ ਦੇ ਮਾਲਕ ਨੇ ਇਸ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਅਤੇ ਕੰਪਨੀ ਦੇ ਮਾਲਕ ਨੇ ਵੀ ਇਹਨਾਂ ਦੇ ਨਾਲ ਨਸਲਵਾਦੀ ਵਿਵਹਾਰ ਕੀਤਾ। ਜਿਸ ਤੋਂ ਬਾਅਦ ਇਹ ਕੰਪਨੀ ਛੱਡ ਦਿੰਦੇ ਨੇ, ਉਸ ਟਰੱਕ ਆਪਰੇਟਿੰਗ ਕੰਪਨੀ ਤੋਂ ਅਸਤੀਫਾ ਦੇ ਦਿੰਦੇ ਨੇ, ਤੇ ਉਸ ਤੋਂ ਬਾਅਦ ਵੀ ਕੰਪਨੀ ਦੇ ਮਾਲਕ ਦੇ ਵੱਲੋਂ ਇਹਨਾਂ ਤੋਂ ਮਾਫੀ ਨਹੀਂ ਮੰਗੀ ਜਾਂਦੀ ਅਤੇ ਹੁਣ ਇਹਨਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਪੂਰਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ, ਲਗਭਗ 1 ਸਾਲ ਤੋਂ ਇਹ ਪੂਰਾ ਮਾਮਲਾ ਚੱਲ ਰਿਹਾ, ਤੇ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਰਮਿੰਦਰ ਸਿੰਘ ਅਤੇ ਸੁਮਿਤ ਆਨੰਦਪੁਰ ਦੇ ਵੱਲੋਂ, ਕਿਉਂਕਿ ਇਹ ਇੱਕ ਟਰੱਕ ਚਾਲਕ ਕੰਪਨੀ ਦੇ ਵਿੱਚ ਕੰਮ ਕਰਦੇ ਸਨ, ਜਿਸ ਕੰਪਨੀ ਦਾ ਨਾਮ ਹੈ ਸਰਦਨ ਡਿਸਟ੍ਰਿਕਟ ਬੋਇੰਗ ਨਾਂ ਦੀ ਕੰਪਨੀ ਦੇ ਵਿੱਚ ਕੰਮ ਕਰਦੇ ਸਨ ਅਤੇ ਜਿਸ ਦੇ ਇੱਕ ਪ੍ਰਬੰਧਕੀ ਉੱਚ ਅਧਿਕਾਰ ਦੇ ਉੱਤੇ ਬੈਠੇ, ਇੱਕ ਉੱਚ ਪਦਵੀ ਦੇ ਉੱਤੇ ਬੈਠੇ ਅਧਿਕਾਰੀ ਦੇ ਵੱਲੋਂ ਇਹਨਾਂ ਦੇ ਉੱਤੇ ਨਸਲਵਾਦ ਦੀ ਟਿੱਪਣੀ ਕੀਤੀ ਗਈ ਸੀ ਅਤੇ ਸਮੂਹ ਸਿੱਖਾਂ ਨੂੰ ਅੱਤਵਾਦੀ ਤੱਕ ਕਿਹਾ ਗਿਆ ਸੀ। ਜਿਸ ਤੋਂ ਬਾਅਦ ਇਹ ਕੰਪਨੀ ਦੇ ਮਾਲਕ ਪਾਮ ਵਾਟਸਨ ਦੇ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਨੇ, ਪਰ ਪਾਮ ਵਾਟਸਨ ਕੋਈ ਸ਼ਿਕਾਇਤ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦਾ ਤੇ ਉਹ ਵੀ ਸਿੱਖਾਂ ਨੂੰ ਅੱਤਵਾਦੀ ਦੱਸਦਾ ਹੈ। ਜਿਸ ਤੋਂ ਬਾਅਦ ਕੰਪਨੀ ਦੇ ਵਿੱਚੋਂ ਅਸਤੀਫਾ ਦੇ ਦਿੰਦੇ ਨੇ ਰਮਿੰਦਰ ਸਿੰਘ ਅਤੇ ਸੁਮਿਤ ਆਨੰਦਪੁਰ, ਅਤੇ ਹੁਣ ਇਹਨਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਾਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ, ਉਸ ਦੇ ਨਾਲ ਸਾਡੀ ਪੂਰੀ ਕਮਿਊਨਿਟੀ ਨੂੰ ਅੱਤਵਾਦੀ ਕਿਹਾ ਗਿਆ ਹੈ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਵੀ ਨਜ਼ਰ ਬਰਕਰਾਰ ਰੱਖੀ ਜਾਵੇਗੀ ਕਿ ਆਖਿਰ ਇਸ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਕੀ ਕਾਰਵਾਈ ਕਰਦਾ ਆ। ਕੈਨੇਡਾ ਦੇ ਵਿੱਚ ਭਾਰਤੀ ਕਮਿਊਨਿਟੀ ਦਾ ਨਾਮ ਉੱਚਾ ਕੀਤਾ ਹੈ ਸਤਿੰਦਰ ਸੱਤੀ ਨੇ, ਕਿਉਂਕਿ ਸਤਿੰਦਰ ਸੱਤੀ ਕੈਨੇਡਾ ਦੇ ਵਿੱਚ ਵਕੀਲ ਬਣੇ ਨੇ। ਪੰਜਾਬੀ ਟੈਲੀਵਿਜ਼ਨ ਦਾ ਇੱਕ ਵੱਡਾ ਨਾਮ, ਪੰਜਾਬੀ ਫਿਲਮ ਜਗਤ ਦਾ ਇੱਕ ਵੱਡਾ ਨਾਮ ਸਤਿੰਦਰ ਸੱਤੀ, ਜੋ ਕਿ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਵਕਾਲਤ ਦੀ ਡਿਗਰੀ ਕਰ ਰਹੇ ਸਨ ਅਤੇ ਉੱਥੇ ਉਹਨਾਂ ਨੇ ਵਕਾਲਤ ਦੀ ਡਿਗਰੀ ਨੂੰ ਪੂਰਾ ਕੀਤਾ ਅਤੇ ਵਕਾਲਤ ਦਾ ਸਰਟੀਫਿਕੇਟ ਵੀ ਹਾਸਲ ਕੀਤਾ ਤੇ ਕੈਨੇਡਾ ਦੇ ਵਿੱਚ ਵਕੀਲ ਬਣ ਕੇ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਟੀਵੀ ਇੰਡਸਟਰੀ ਦੇ ਨਾਲ ਪੰਜਾਬੀ ਜਗਤ ਦਾ ਵੀ ਨਾਮ ਉੱਚਾ ਕੀਤਾ। ਇੱਕ ਮਾਣ ਵਾਲੀ ਗੱਲ ਆ ਪੰਜਾਬੀ ਜਗਤ ਦੇ ਵਿੱਚ ਕਿ ਸਤਿੰਦਰ ਸੱਤੀ ਕੈਨੇਡਾ ਦੇ ਵਿੱਚ ਵਕੀਲ ਬਣੇ ਨੇ ਅਤੇ ਉਹਨਾਂ ਨੇ ਜਿਹੜਾ ਅਹੁਦਾ ਹਾਸਲ ਕੀਤਾ ਉਸ ਦਾ ਨਾਮ ਹੈ ਬੈਰਿਸਟਰ ਸਾਲਿਸਟਰ ਕਿਹਾ ਜਾਂਦਾ। ਇਸ ਅਹੁਦੇ ਨੂੰ ਬੈਰਿਸਟਰ ਸਾਲਿਸਟਰ ਯਾਨੀ ਕਿ ਕੈਨੇਡੀਅਨ ਵਕੀਲ ਬਣੇ ਨੇ ਸਤਿੰਦਰ ਸੱਤੀ ਕੈਨੇਡਾ ਦੇ ਵਿੱਚ। ਕੈਨੇਡਾ ਦੇ ਅਲਬਰਟਾ ਦੇ ਵਿੱਚ ਉਹ ਵਕੀਲ ਬਣੇ ਨੇ। ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ ਉਹਨਾਂ ਨੇ ਵਕਾਲਤ ਦਾ ਸਰਟੀਫਿਕੇਟ ਹਾਸਲ ਕੀਤਾ ਹੈ। ਵਕਾਲਤ ਹੁਣ ਕਰ ਸਕਦੇ ਨੇ ਉੱਥੇ। ਇਸ ਮੌਕੇ ਉਹਨਾਂ ਨੇ ਅਦਾਲਤ ਦੇ ਵਿੱਚੋਂ ਸਹੁੰ ਚੁੱਕ ਸਮਾਗਮ ਦੀਆਂ ਵੀ ਕੁਝ ਤਸਵੀਰਾਂ ਨੇ, ਜਿਹੜੀਆਂ ਵੀਡੀਓਜ਼ ਨੇ, ਉਹ ਵੀ ਆਪਣੇ ਇੰਸਟਾਗ੍ਰਾਮ ਖਾਤੇ ਦੇ ਉੱਤੇ ਸਾਂਝੀਆਂ ਕੀਤੀਆਂ ਨੇ। ਉਹਨਾਂ ਨੇ ਉੱਥੇ ਸਹੁੰ ਚੁੱਕੀ ਆ। ਔਥ ਸੈਰੇਮਨੀ ਦੇ ਦੌਰਾਨ ਉਹਨਾਂ ਨੇ ਉੱਥੇ ਜਿਹੜੀਆਂ ਤਸਵੀਰਾਂ ਨੇ ਅੰਦਰ ਦੀਆਂ ਉਹ ਵੀ ਸਾਂਝੀਆਂ ਕੀਤੀਆਂ ਨੇ। ਇਸ ਦੇ ਨਾਲ ਉਹਨਾਂ ਨੇ ਬੇਹੱਦ ਭਾਵੁਕ ਗੱਲਾਂ ਵੀ ਆਪਣੇ ਇੰਸਟਾਗ੍ਰਾਮ ਦੇ ਉੱਤੇ ਸਾਂਝੀਆਂ ਕੀਤੀਆਂ ਨੇ। ਕਾਂਗਰਸ ਦੇ ਵੱਡੇ ਨੇਤਾ ਰਾਹੁਲ ਗਾਂਧੀ ਇਹਨਾਂ ਦਿਨਾਂ ਦੇ ਵਿੱਚ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਇੱਕ ਭਾਸ਼ਣ ਕਰਨ ਦੇ ਲਈ ਪਹੁੰਚੇ ਸਨ ਅਤੇ ਉਹਨਾਂ ਨੇ ਉੱਥੇ ਜਿਹੜਾ ਭਾਸ਼ਣ ਦਿੱਤਾ ਉਹ ਦੁਨੀਆ ਭਰ ਦੇ ਵਿੱਚ ਚਰਚਾਵਾਂ ਦਾ ਹਿੱਸਾ ਬਣ ਰਿਹਾ। ਦੁਨੀਆ ਭਰ ਦੇ ਵਿੱਚ ਇਸ ਭਾਸ਼ਣ ਦੇ ਉੱਤੇ ਚਰਚਾਵਾਂ ਹੋ ਰਹੀਆਂ ਨੇ ਕਿਉਂਕਿ ਉੱਥੇ ਰਾਹੁਲ ਗਾਂਧੀ ਨੇ ਜਿਹੜਾ ਭਾਸ਼ਣ ਦਿੱਤਾ ਉਸ ਦੇ ਵਿੱਚ ਰਾਹੁਲ ਗਾਂਧੀ ਨੇ ਇਹ ਗੱਲ ਆਖੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦੇ ਨਾਲ ਵਿਤਕਰਾ ਕਰਦੇ ਨੇ। ਇਸ ਤੋਂ ਅੱਗੇ ਰਾਹੁਲ ਗਾਂਧੀ ਨੇ ਆਖਿਆ ਹੈ ਕਿ ਨਰਿੰਦਰ ਮੋਦੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਪਹਿਲੇ ਦਰਜੇ ਦਾ ਨਾਗਰਿਕ ਨਹੀਂ ਮੰਨਦੇ ਅਤੇ ਉਹਨਾਂ ਨੂੰ ਦੂਜੇ ਦਰਜੇ ਦਾ
ਨਾਗਰਿਕ ਮੰਨਦੇ ਨੇ ਅਤੇ ਉਹਨਾਂ ਨੂੰ ਗੁਲਾਮ ਸਮਝਦੇ ਨੇ। ਇੱਕ ਅਜਿਹਾ ਭਾਸ਼ਣ ਦਿੱਤਾ ਗਿਆ ਹੈ ਰਾਹੁਲ ਗਾਂਧੀ ਦੇ ਵੱਲੋਂ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ। ਉਹ ਭਾਸ਼ਣ ਕਰਨ ਦੇ ਲਈ ਪਹੁੰਚੇ ਸਨ। ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੀ ਭਾਰਤ ਜੋੜੋ ਯਾਤਰਾ ਨੂੰ ਵੀ ਸਮਾਪਤ ਕੀਤਾ ਤੇ ਉਹਨਾਂ ਨੇ ਹੁਣ ਜਦੋਂ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਤਾਂ ਇੱਕ ਬਦਲੇ ਹੋਏ ਲੁੱਕ ਦੇ ਵਿੱਚ ਵੀ ਨਜ਼ਰ ਆਏ ਰਾਹੁਲ ਗਾਂਧੀ। ਅਤੇ ਉੱਥੇ ਉਹਨਾਂ ਨੇ ਪਹੁੰਚ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਮੰਨਦੇ ਨੇ। ਉਹਨਾਂ ਨੂੰ ਉਹ ਚੰਗਾ ਨਹੀਂ ਸਮਝਦੇ ਅਤੇ ਉਹ ਮੁਸਲਮਾਨਾਂ ਤੇ ਸਿੱਖਾਂ ਨੂੰ ਭਾਰਤ ਦਾ ਹਿੱਸਾ ਵੀ ਨਹੀਂ ਮੰਨਦੇ। ਤਾਂ ਇੱਕ ਵੱਡਾ ਬਿਆਨ ਦਿੱਤਾ ਰਾਹੁਲ ਗਾਂਧੀ ਨੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ। ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਤੰਤਰ ਨੂੰ ਭਾਰਤ ਦੇ ਵਿੱਚ ਖਤਮ ਕਰ ਰਹੇ ਨੇ, ਲੋਕਤੰਤਰ ਦੇ ਉੱਤੇ ਹਮਲੇ ਕਰ ਰਹੇ ਨੇ ਭਾਰਤੀ ਪ੍ਰਧਾਨ ਮੰਤਰੀ, ਅਤੇ ਉਹ ਲੋਕਤੰਤਰ ਨੂੰ ਭਾਰਤ ਦੇ ਵਿੱਚ ਨਸ਼ਟ ਕਰਨ ਵਾਲੇ ਰਾਹਾਂ ਉੱਤੇ ਤੁਰ ਰਹੇ ਨੇ। ਇਸ ਦੇ ਨਾਲ ਨਾਲ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਫੋਨ ਦੇ ਵਿੱਚ ਵੀ ਪੈਗਾਸਸ ਹੈ, ਕਿ ਮੇਰੇ ਫੋਨ ਦੇ ਉੱਤੇ ਵੀ ਪੈਗਾਸਸ ਦਾ ਅਟੈਕ ਕੀਤਾ ਗਿਆ ਭਾਰਤੀ ਸਰਕਾਰ ਦੇ ਵੱਲੋਂ। ਸਾਡੀਆਂ ਕਾਲ ਰਿਕਾਰਡਿੰਗਸ ਨੇ ਜਿਹੜੀਆਂ, ਜੋ ਵੀ ਅਸੀਂ ਆਪਣੇ ਫੋਨ ਦੇ ਉੱਤੇ ਐਕਟੀਵਿਟੀਜ਼ ਕਰਦੇ ਹਾਂ ਉਹਨਾਂ ਦੇ ਉੱਤੇ ਭਾਰਤੀ ਸਰਕਾਰ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹਨਾਂ ਨੂੰ ਰਿਕਾਰਡ ਵੀ ਕੀਤਾ ਜਾ ਰਿਹਾ ਤੇ ਸੱਚ ਬੋਲਣ ਵਾਲਿਆਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ। ਤਾਂ ਇਸ ਮੌਕੇ ਇੱਕ ਵੱਡਾ ਬਿਆਨ ਦਿੱਤਾ ਹੈ ਰਾਹੁਲ ਗਾਂਧੀ ਨੇ। ਕੈਂਬਰਿਜ ਯੂਨੀਵਰਸਿਟੀ ਪਹੁੰਚੇ ਸਨ, ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਅਤੇ ਇੱਕ ਵੱਡੀ ਗੱਲ ਆਖੀ ਹੈ ਕਿ ਭਾਰਤ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਪਹਿਲੇ ਦਰਜੇ ਦਾ ਸ਼ਹਿਰੀ ਨਹੀਂ ਮੰਨਦੇ, ਉਹ ਉਹਨਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਮੰਨਦੇ ਨੇ ਅਤੇ ਉਹ ਉਹਨਾਂ ਨੂੰ ਭਾਰਤ ਦਾ ਹਿੱਸਾ ਵੀ ਨਹੀਂ ਮੰਨਦੇ। ਤਾਂ ਇੱਕ ਵੱਡਾ ਬਿਆਨ ਕੈਂਬਰਿਜ ਯੂਨੀਵਰਸਿਟੀ ਤੋਂ ਰਾਹੁਲ ਗਾਂਧੀ, ਕਾਂਗਰਸ ਦੇ ਇੱਕ ਵੱਡੇ ਲੀਡਰ, ਉਹਨਾਂ ਨੇ ਦਿੱਤਾ ਹੈ। ਕਰਨਾਟਕ ਦੇ ਵਿੱਚ ਬੀਜੇਪੀ ਦੇ ਵਿਧਾਇਕ ਵਿਰੂਪਕਸ਼ਪਾ ਦੇ ਪੁੱਤਰ ਦੇ ਕੋਲੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਰੂਪਕਸ਼ਪਾ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵਿਰੂਪਕਸ਼ਪਾ ਇੱਕ ਬੀਜੇਪੀ ਦੇ ਐਮਐਲਏ ਨੇ ਕਰਨਾਟਕ ਤੋਂ ਅਤੇ ਉਹਨਾਂ ਦੇ ਪੁੱਤਰ ਨੂੰ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਲੋਕਾਯੁਕਤ ਵਿਭਾਗ ਦੇ ਅਧਿਕਾਰੀਆਂ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਪਰ ਜਦੋਂ ਰਿਸ਼ਵਤ ਲੈਣ ਦੇ ਮਾਮਲੇ ਤੋਂ ਬਾਅਦ ਲੋਕਾਯੁਕਤ ਅਧਿਕਾਰੀਆਂ ਨੇ ਵਿਰੂਪਕਸ਼ਪਾ ਦੇ ਪੁੱਤਰ ਪ੍ਰਸ਼ਾਂਤ ਦੇ ਘਰ ਰੇਡ ਮਾਰੀ ਹੈ ਤਾਂ ਉੱਥੋਂ ਵੀ ਉਹਨਾਂ ਨੂੰ 6 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਤਾਂ ਇੱਕ ਵੱਡਾ ਖੁਲਾਸਾ ਹੋਇਆ ਇਸ ਮਾਮਲੇ ਦੇ ਵਿੱਚ। ਪੂਰੀ ਡਿਟੇਲ ਕੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਰਨਾਟਕ ਤੋਂ ਐਮਐਲਏ ਨੇ ਵਿਰੂਪਕਸ਼ਪਾ, ਜਿਨ੍ਹਾਂ ਦੇ ਪੁੱਤਰ ਪ੍ਰਸ਼ਾਂਤ ਨੂੰ ਲੋਕਾਯੁਕਤ ਵਿਭਾਗ ਨੇ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਅਤੇ ਜਦੋਂ ਲੋਕਾਯੁਕਤ ਵਿਭਾਗ ਦੇ ਅਧਿਕਾਰੀਆਂ ਨੇ ਵਿਰੂਪਕਸ਼ਪਾ ਦੇ ਪੁੱਤਰ ਪ੍ਰਸ਼ਾਂਤ ਦੇ ਘਰ ਰੇਡ ਮਾਰੀ ਤਾਂ ਉੱਥੇ ਉਹਨਾਂ ਨੂੰ 6 ਕਰੋੜ ਰੁਪਏ ਦੀ ਨਕਦੀ ਹੋਰ ਬਰਾਮਦ ਹੋਈ। ਤਾਂ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਬੈਂਗਲੌਰ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਲੇਖਾਕਾਰ ਨੇ ਪ੍ਰਸ਼ਾਂਤ ਜਿਹੜੇ ਬੀਜੇਪੀ ਐਮਐਲਏ ਦੇ ਪੁੱਤਰ ਨੇ, ਉਹ ਬੈਂਗਲੁਰੂ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਲੇਖਾਕਾਰ ਨੇ ਅਤੇ ਉਹ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਰਨਾਟਕ ਦੇ ਸੋਪ ਐਂਡ ਡਿਟਰਜੈਂਟ ਲਿਮਟਿਡ ਦੇ ਦਫ਼ਤਰ ਦੇ ਵਿੱਚੋਂ। ਸੋਪ ਐਂਡ ਡਿਟਰਜੈਂਟ ਲਿਮਟਿਡ ਦੇ ਦਫ਼ਤਰ ਦੇ ਵਿੱਚੋਂ KSDL ਦੇ ਦਫ਼ਤਰ ਦੇ ਵਿੱਚੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਇਸ ਦੇ ਵਿੱਚ ਹੈਰਾਨੀ ਵਾਲੀ ਇੱਕ ਗੱਲ ਹੋਰ ਹੈ, ਉਹ ਇਹ ਹੈ ਕਿ ਸੋਪ ਐਂਡ ਡਿਟਰਜੈਂਟ ਲਿਮਟਿਡ ਦੇ ਜਿਹੜੇ ਚੇਅਰਮੈਨ ਨੇ ਉਹ ਉਸਦੇ ਪਿਤਾ ਜੀ ਹੀ ਸਨ। ਵਿਰੂਪਕਸ਼ਪਾ ਸੋਪ ਐਂਡ ਡਿਟਰਜੈਂਟ ਲਿਮਟਿਡ ਦੇ ਚੇਅਰਮੈਨ ਸਨ ਅਤੇ ਉਹਨਾਂ ਦਾ ਪੁੱਤਰ ਪ੍ਰਸ਼ਾਂਤ ਉਸੇ ਵਿਭਾਗ ਦੇ ਵਿੱਚ ਮੁੱਖ ਲੇਖਾਕਾਰ ਸੀ। ਹੁਣ ਸਵਾਲ ਕਈ ਇਹ ਵੀ ਉੱਠ ਰਹੇ ਨੇ, ਵਿਰੋਧੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਹ ਰਿਸ਼ਵਤ ਵਿਰੂਪਕਸ਼ਪਾ ਨੇ ਹੀ ਲੈਣੀ ਸੀ ਅਤੇ ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਦੇ ਵੱਲੋਂ ਉਹਨਾਂ ਦੇ ਪੁੱਤਰ ਨੇ ਪ੍ਰਾਪਤ ਕੀਤੀ ਸੀ। ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਇਹ ਵੀ ਹੈ ਕਿ ਇਹ ਰਿਸ਼ਵਤ ਦਾ ਪਹਿਲਾ ਭਾਗ ਸੀ ਜਿਹੜਾ ਇਹਨਾਂ ਨੇ ਪ੍ਰਾਪਤ ਕਰ ਰਹੇ ਸੀ। ਇਸ ਤੋਂ ਬਾਅਦ ਹੋਰ ਵੀ ਕਈ ਰਿਸ਼ਵਤ ਨੇ ਜਿਹੜੀਆਂ ਉਹ ਇੱਕ ਠੇਕੇਦਾਰ ਦੇ ਕੋਲੋਂ ਲੈਣੀ ਸੀ। ਇੱਕ ਠੇਕੇਦਾਰ ਜਿਸ ਨੂੰ ਕਿ ਇੱਕ ਠੇਕਾ ਦੇਣ ਦੇ ਬਦਲੇ ਦੇ ਵਿੱਚ ਇਹ ਰਿਸ਼ਵਤ ਲਈ ਜਾ ਰਹੀ ਸੀ, ਜਿਸ ਨੂੰ ਕਿ ਲੋਕਾਯੁਕਤ ਵਿਭਾਗ ਦੇ ਅਧਿਕਾਰੀਆਂ ਨੇ ਰੰਗੇ ਹੱਥੀਂ ਫੜ ਲਿਆ। ਤੇ ਜਦੋਂ ਪ੍ਰਸ਼ਾਂਤ ਦੇ ਘਰ ਰੇਡ ਮਾਰੀ ਗਈ ਤਾਂ 6 ਕਰੋੜ ਰੁਪਏ ਦੀ ਨਕਦੀ ਵੀ ਉੱਥੋਂ ਬਰਾਮਦ ਕੀਤੀ ਗਈ। ਤਾਂ ਇੱਕ ਵੱਡਾ ਘਪਲਾ ਸਾਹਮਣੇ ਆਇਆ ਬੀਜੇਪੀ ਲੀਡਰ ਦਾ। ਕਰਨਾਟਕ ਤੋਂ ਬੀਜੇਪੀ ਲੀਡਰ ਵਿਰੂਪਕਸ਼ਪਾ ਦੇ ਪੁੱਤਰ ਪ੍ਰਸ਼ਾਂਤ ਨੂੰ ਪਹਿਲਾਂ ਤਾਂ 40 ਲੱਖ ਰੁਪਏ ਦੀ ਰਿਸ਼ਵਤ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਘਰ ਦੇ ਵਿੱਚ ਰੇਡ ਮਾਰੀ ਗਈ ਤਾਂ ਉੱਥੇ 6 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪਹਿਲੀ ਵਾਰ ਹੋਣ ਜਾ ਰਹੇ ਵੂਮਨ IPL ਦੇ ਵਿੱਚ ਅੰਮ੍ਰਿਤਸਰ ਦੀਆਂ 5 ਖਿਡਾਰਨਾਂ ਨੂੰ ਸਿਲੈਕਟ ਕੀਤਾ ਗਿਆ। ਪੰਜਾਬ ਦੇ ਲਈ, ਅੰਮ੍ਰਿਤਸਰ ਦੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਦੇ
ਹਿੰਦੂ ਕਾਲਜ ਦੇ ਵਿੱਚ ਪੜ੍ਹਨ ਵਾਲੀਆਂ 5 ਲੜਕੀਆਂ ਨੂੰ 5 ਖਿਡਾਰਨਾਂ ਨੂੰ ਵੂਮਨ IPL ਦੇ ਲਈ ਸਿਲੈਕਟ ਕੀਤਾ ਗਿਆ, ਜੋ ਕਿ ਵੂਮਨ IPL ਦੇ ਵਿੱਚ ਵੱਖ-ਵੱਖ ਟੀਮਾਂ ਦੇ ਵਿੱਚ ਖੇਡਣਗੀਆਂ। ਪਰ ਵੱਡੀ ਗੱਲ ਇਹ ਹੈ ਕਿ ਇਹ 5 ਲੜਕੀਆਂ ਹਿੰਦੂ ਕਾਲਜ ਦੇ ਵਿੱਚ ਪੜ੍ਹਾਈ ਕਰ ਰਹੀਆਂ ਸਨ। ਇਹਨਾਂ ਦੇ ਵਿੱਚੋਂ 3 ਲੜਕੀਆਂ ਹੁਣ ਵੀ ਹਿੰਦੂ ਕਾਲਜ ਦੇ ਵਿੱਚ ਪੜ੍ਹ ਰਹੀਆਂ ਨੇ ਅਤੇ 2 ਲੜਕੀਆਂ ਇੱਥੋਂ ਪੜ੍ਹ ਕੇ ਹਟ ਚੁੱਕੀਆਂ ਨੇ। ਅਤੇ ਅੰਮ੍ਰਿਤਸਰ ਦੀਆਂ ਇਹਨਾਂ 5 ਲੜਕੀਆਂ ਨੂੰ ਖਿਡਾਰਨਾਂ ਨੂੰ ਵੂਮਨ IPL ਦੇ ਲਈ ਸਿਲੈਕਟ ਕੀਤਾ ਗਿਆ, ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੜਕੀਆਂ ਦਾ IPL ਸ਼ੁਰੂ ਹੋਵੇਗਾ, ਜੋ ਕਿ ਪਹਿਲੀ ਵਾਰ ਵੱਡੇ ਪੱਧਰ ਦੇ ਉੱਤੇ ਲੜਕੀਆਂ ਦੇ ਵਿੱਚ ਵੀ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ IPL ਕਰਵਾਇਆ ਜਾ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ, ਜਿਸ ਦੇ ਵਿੱਚ ਕ੍ਰਿਕਟ ਦੀਆਂ ਕਈ ਟੀਮਾਂ ਹਿੱਸਾ ਲੈਂਦੀਆਂ ਨੇ, ਤਾਂ ਇਸ ਦੇ ਵਿੱਚ ਹੁਣ ਵੂਮਨ IPL ਵੀ ਹੋਵੇਗਾ। ਤੇ ਇਸ ਵੂਮਨ IPL ਦੇ ਵਿੱਚ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਮੁੰਬਈ ਇੰਡੀਅਨ ਦੀ ਕਪਤਾਨੀ ਵੀ ਕਰ ਰਹੀ ਹੈ, ਪਰ ਉਸ ਦੇ ਨਾਲ ਪੰਜਾਬ ਦੇ ਅੰਮ੍ਰਿਤਸਰ ਤੋਂ 5 ਖਿਡਾਰਨਾਂ ਹੋਰ ਇਸ IPL ਦਾ ਹਿੱਸਾ ਬਣ ਰਹੀਆਂ ਨੇ ਤੇ 5 ਖਿਡਾਰਨਾਂ ਹਿੰਦੂ ਕਾਲਜ ਦੇ ਨਾਲ ਸੰਬੰਧਿਤ ਰਹੀਆਂ ਨੇ, ਜਿਨ੍ਹਾਂ ਦੇ ਵਿੱਚੋਂ 3 ਖਿਡਾਰਨਾਂ ਹੁਣ ਵੀ ਹਿੰਦੂ ਕਾਲਜ ਅੰਮ੍ਰਿਤਸਰ ਦੇ ਵਿੱਚ ਪੜ੍ਹਦੀਆਂ ਨੇ। ਹਿੰਦੂ ਕਾਲਜ ਅੰਮ੍ਰਿਤਸਰ ਦਾ ਇੱਕ ਨਾਮੀ ਕਾਲਜ ਹੈ, ਜਿਸ ਨੂੰ ਭਾਰਤ ਨੂੰ ਕਈ ਪ੍ਰਮੁੱਖ ਸ਼ਖਸੀਅਤਾਂ ਦਿੱਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸਾਬਕਾ ਕ੍ਰਿਕਟਰ ਮਦਨ ਲਾਲ ਵੀ ਇੱਥੋਂ ਹੀ ਪੜ੍ਹ ਕੇ ਗਏ ਸਨ। ਤਾਂ ਹੁਣ ਇੱਥੋਂ ਦੀਆਂ 2 ਪੜ੍ਹ ਚੁੱਕੀਆਂ ਅਤੇ 3 ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਵੂਮਨ IPL ਦੇ ਵਿੱਚ ਥਾਂ ਮਿਲੀ ਹੈ। ਅੰਮ੍ਰਿਤਸਰ ਦੇ ਹਿੰਦੂ ਕਾਲਜ ਦੇ ਨਾਲ ਸੰਬੰਧਿਤ 5 ਖਿਡਾਰਨਾਂ ਨੂੰ ਵੂਮਨ IPL ਦੇ ਵਿੱਚ ਥਾਂ ਮਿਲੀ ਹੈ, ਜੋ ਕਿ ਪੰਜਾਬ ਅਤੇ ਅੰਮ੍ਰਿਤਸਰ ਦੇ ਨਾਲ ਹਿੰਦੂ ਕਾਲਜ ਦੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ। ਦੱਸ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਪਾਸਟ ਤੇ ਪ੍ਰੈਜ਼ੈਂਟ 5 ਸਟੂਡੈਂਟਸ ਜਿਹੜੇ ਵੀਮਨ IPL ਜੋ ਪਹਿਲੀ ਵਾਰੀ ਸ਼ੁਰੂ ਹੋਇਆ ਹੈ ਉਹਦੇ 'ਚ ਸਿਲੈਕਟ ਹੋਏ ਹੈ, ਔਰ ਇਹ ਸਾਡੇ ਕਾਲਜ ਨੂੰ ਇਹਨਾਂ 'ਤੇ ਬਹੁਤ ਮਾਣ ਹੈ। ਇਹਨਾਂ ਵਿੱਚੋਂ ਜਿਹੜੇ ਰੇਣੂਕਾ ਹੈਗੇ ਚੌਧਰੀ, ਉਹ ਸਭ ਤੋਂ ਜ਼ਿਆਦਾ 1.5 ਕਰੋੜ ਰੁਪਏ ਦੇ ਨਾਲ ਉਹਨਾਂ ਨੂੰ, ਜਿਹੜੇ ਕਿ ਇੰਡੀਆ ਟੀਮ ਦੇ ਇਸ ਵੇਲੇ ਰੈਗੂਲਰ ਪਲੇਅਰ ਹੈਗੇ ਹੈ, ਉਹਨਾਂ ਦੇ ਉਸ ਵਿੱਚ ਉਹਨਾਂ ਨੂੰ ਚੁਣਿਆ ਗਿਆ ਹੈ, ਸਿਲੈਕਟ ਹੋਇਆ ਹੈ, ਔਰ ਰਾਇਲ ਚੈਲੰਜ ਬੰਗਲੌਰ ਨੇ ਉਹਨਾਂ ਨੂੰ ਆਪਣੀ ਟੀਮ 'ਚ ਲਿੱਤਾ ਹੈ। ਇਸ ਤੋਂ ਇਲਾਵਾ ਸਾਡੇ ਜਿਹੜੇ ਹੋਰ ਵੀ ਹੈਗੇ ਆ, ਕਨਿਕਾ ਆਹੂਜਾ, ਅਮਰਜੋਤ ਕੌਰ, ਨੀਲਮ ਬਿਸ਼ਟ, ਤਨੁਜਾ ਕੰਵਰ, ਇਹ ਵੀ ਇਹਨਾਂ ਨੇ ਡਿਫਰੈਂਟ ਟੀਮਾਂ ਨੇ ਅੱਛੇ ਪੈਸੇ ਦੇ ਕੇ ਇਹਨਾਂ ਨੂੰ ਆਪਣੇ ਕੋਲ ਆਪਣੀ ਟੀਮ 'ਚ ਲਿੱਤਾ। ਜੇ ਇਹਨਾਂ ਵਿੱਚੋਂ ਜਿਹੜੇ ਅਮਰਜੋਤ ਕੌਰ ਅਤੇ ਨੀਲਮ ਬਿਸ਼ਟ ਅਤੇ ਤਨੁਜਾ ਕੰਵਰ, ਉਹ ਇਸ ਵੇਲੇ ਸਾਡੇ ਕਾਲਜ ਦੇ ਸਟੂਡੈਂਟ ਵੀ ਹੈਗੇ ਆ, ਜਦੋਂ ਕਿ ਰੇਣੂਕਾ ਠਾਕੁਰ ਅਤੇ ਨੀਲਮ ਬਿਸ਼ਟ ਇਹ ਸਾਡੇ ਕੋਲ ਪੜ੍ਹ ਚੁੱਕੇ ਹੈਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕਾਲਜ ਦਾ ਸਪੋਰਟਸ ਅਕੈਡਮਿਕ 'ਚ ਬਹੁਤ ਵੱਡਾ ਇਤਿਹਾਸ ਰਿਹਾ ਹੈ। ਸਾਡੇ ਕਾਲਜ ਖਾਲਸਾ ਕਾਲਜ ਤੋਂ ਬਾਅਦ ਸਭ ਤੋਂ ਪੁਰਾਣਾ ਕਾਲਜ ਅੰਮ੍ਰਿਤਸਰ ਦਾ ਹੈਗਾ, ਔਰ ਇੱਥੇ ਕਈ ਪਲੇਅਰਸ, ਕਈ ਪੋਲੀਟੀਸ਼ੀਅਨ ਇੱਥੋਂ ਪਾਸ ਹੋ ਕੇ ਔਰ ਵੱਡੇ ਅਹੁਦਿਆਂ 'ਤੇ ਕੰਮ ਕਰ ਰਹੇ, ਉੱਤੇ ਕੀਤਾ ਹੈ। ਮੈਂ ਸਭ ਤੋਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਡਾਕਟਰ ਮਨਮੋਹਨ ਸਿੰਘ ਇਸ ਕਾਲਜ ਦੇ ਵਿੱਚ 51-53 ਦੇ ਦੌਰਾਨ ਸਟੂਡੈਂਟ ਰਹੇ ਸੀ, ਔਰ ਅੱਗੇ ਜਾ ਕੇ ਉਹ ਸਾਡੇ ਕਾਲਜ ਦੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣੇ, ਔਰ ਉਹਨਾਂ ਨੇ ਇੰਡੀਆ ਦੀ ਇਕਨੋਮੀ ਨੂੰ, ਜਦੋਂ ਕਿ ਇੱਕ ਵਾਰੀ 1991 'ਚ ਬੜੇ ਬੁਰੇ ਹਾਲਤ 'ਚ ਸੀ, ਉਹਨਾਂ ਨੇ ਇੱਕ ਉਹਨੂੰ ਸਹੀ ਪੱਟੀ 'ਚ ਲਿਆ ਕੇ ਬੜਾ ਯੋਗਦਾਨ ਕੀਤਾ, ਔਰ ਅੱਜ ਜੋ ਵੀ ਅਸੀਂ ਤਰੱਕੀ ਦੇਖ ਰਹੇ ਹਾਂ ਉਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ। ਇਸ ਤੋਂ ਇਲਾਵਾ ਫੀਲਡ ਮਾਰਸ਼ਲ ਜਨਰਲ ਮਾਨਿਕ ਸ਼ਾਹ, ਜਿਨ੍ਹਾਂ ਨੇ ਬੜੀ ਇਤਿਹਾਸਿਕ ਵਿਜੇ ਪ੍ਰਾਪਤ ਕੀਤੀ ਸੀ ਬੰਗਲਾਦੇਸ਼ ਦੇ ਉੱਤੇ, ਜਦੋਂ ਅਸੀਂ ਪਾਕਿਸਤਾਨ ਤੋਂ ਬੰਗਲਾਦੇਸ਼ ਵੱਖਰਾ ਕਰਾਤਾ ਸੀ, ਜਿਹਦੇ 'ਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ, ਉਹ ਵੀ ਸਾਡੇ ਸਟੂਡੈਂਟ ਰਹੇ ਹੈ। ਇਸ ਤੋਂ ਇਲਾਵਾ ਸਾਡੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ, ਉਹ ਵੀ ਸਾਡੇ ਕਾਲਜ ਦੇ ਸਟੂਡੈਂਟਸ ਰਹੇ ਹੈ। ਇਹਨਾਂ ਤੋਂ ਇਲਾਵਾ ਮਦਨ ਲਾਲ ਜੀ, ਉਹ ਵੀ ਸਾਡੇ ਕਾਲਜ ਦੇ ਸਟੂਡੈਂਟ ਰਹੇ ਹੈ। ਔਰ ਇਸ ਵੇਲੇ ਜੋ ਤੁਸੀਂ ਕਾਮੇਡੀ ਸ਼ੋਅ ਦੇ ਜਿਹੜੇ ਬੇਤਾਜ ਬਾਦਸ਼ਾਹ ਕਪਿਲ ਸ਼ਰਮਾ, ਉਹ ਵੀ ਸਾਡੇ ਕਾਲਜ ਦੇ ਸਟੂਡੈਂਟ ਰਹੇ ਹੈ। ਔਰ ਹਰਵਿੰਦਰ ਸਿੰਘ ਜੀ, ਜਿਹੜੇ ਫਾਸਟ ਬੋਲਰ, ਜਿਨ੍ਹਾਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀ ਔਰ ਪਾਕਿਸਤਾਨ ਦੇ ਦੌਰੇ 'ਚ ਵੀ ਗਏ ਸੀ, ਉਹ ਵੀ ਸਾਡੇ ਇੱਥੋਂ ਸਾਡੇ ਸਟੂਡੈਂਟ ਰਹੇ ਹੈ। ਜਸਟ ਇੱਕ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਕਾਲਜ ਨਾ ਸਿਰਫ ਅਕੈਡਮਿਕ 'ਚ ਬਲਕਿ ਹਰ ਖੇਤਰ 'ਚ ਅੱਗੇ ਚੱਲ ਰਿਹਾ, ਔਰ
ਔਰ ਅੱਛੇ ਸਟੂਡੈਂਟਸ ਜਿਹੜੇ ਹੈ ਸਾਡੇ ਅੱਗੇ ਨਿਕਲ ਕੇ ਗਏ ਹੈ ਉਹ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਥੈਂਕ ਯੂ, ਧੰਨਵਾਦ। ਤੇ ਮੈਂ ਆਪਣੇ ਜਿਹੜੇ ਸਾਡੇ ਬੱਚੀਆਂ ਸਿਲੈਕਟ ਹੋਈਆਂ, ਮੈਂ ਇਹਨਾਂ ਨੂੰ ਗੁੱਡ ਵਿਸ਼ੇਸ ਦੇਣਾ ਚਾਹੁੰਦਾ ਹਾਂ ਔਰ ਆਪਣੀ ਟੀਮ 'ਚ ਜਿੱਥੇ ਉਹ ਸਿਲੈਕਟ ਹੋਏ ਹੈ ਅੱਛੀ ਪਰਫਾਰਮੈਂਸ ਕਰਨ, ਸੋ ਦੈਟ ਕਿ ਵੀ ਟੀਮ ਦਾ ਤੇ ਨਾਮ ਰੋਸ਼ਨ ਕਰਨ ਹੀ, ਦੇਸ਼ ਦਾ ਤੇ ਨਾਲ ਕਾਲਜ ਦਾ ਵੀ ਨਾਮ ਰੋਸ਼ਨ ਹੋਵੇ। ਮੈਂ ਇਹਨਾਂ ਨੂੰ ਪੂਰੀ ਆਪਣੇ ਵੱਲੋਂ ਸ਼ੁਭ ਇੱਛਾਵਾਂ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਲੈ ਕੇ ਲਗਾਤਾਰ ਰੌਲਾ ਰੱਪਾ ਬਰਕਰਾਰ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਦਿੱਤੀ ਹੋਈ ਹੈ। ਸੁਪਰੀਮ ਕੋਰਟ ਦੇ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲ ਚੁੱਕੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਇਸ ਮਾਨਤਾ ਦਾ ਵਿਰੋਧ ਕਰ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਰਕ ਹੈ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣਾ ਸੰਵਿਧਾਨ ਦੇ ਉਲਟ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਗੁਰਦੁਆਰਾ ਐਕਟ 1925 ਇਹ ਗੱਲ ਕਹਿੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਕਮੇਟੀਆਂ ਨਹੀਂ ਬਣਾਈਆਂ ਜਾ ਸਕਦੀਆਂ ਅਤੇ ਉਹਨਾਂ ਨੇ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣਾ 1925 ਗੁਰਦੁਆਰਾ ਐਕਟ ਦੇ ਖਿਲਾਫ ਹੈ, ਸੰਵਿਧਾਨ ਦੇ ਖਿਲਾਫ ਹੈ। ਤਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਨਰਲ ਇਜਲਾਸ ਸੱਦਿਆ ਗਿਆ ਸੀ। ਇਸ ਇਜਲਾਸ ਦੇ ਵਿੱਚ 90 ਦੇ ਕਰੀਬ SGPC ਮੈਂਬਰ ਪਹੁੰਚੇ ਅਤੇ ਉੱਥੇ ਉਹਨਾਂ ਨੇ ਪਹੁੰਚ ਕੇ ਇੱਕ ਮਤਾ ਪਾਸ ਕੀਤਾ ਅਤੇ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਇੱਕ 5 ਮੈਂਬਰੀ ਨਵੀਂ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਾਉਣ ਦੇ ਲਈ ਯਤਨਸ਼ੀਲ ਹੋਵੇਗੀ। ਇਸ ਕਮੇਟੀ ਦੇ ਵਿੱਚ ਗੁਰਚਰਨ ਸਿੰਘ ਗਰੇਵਾਲ ਜਨਰਲ ਸਕੱਤਰ SGPC, ਉਹਨਾਂ ਦੇ ਨਾਲ ਬਲਦੇਵ ਸਿੰਘ ਕੈਂਪੁਰ, ਅਵਤਾਰ ਸਿੰਘ ਅਤੇ ਬਲਵਿੰਦਰ ਸਿੰਘ ਦੇ ਨਾਲ ਅਕਾਲੀ ਦਲ ਦੇ ਵੱਡੇ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਸ਼ਾਮਲ ਕੀਤਾ ਗਿਆ। ਇਹਨਾਂ 5 ਮੈਂਬਰਾਂ ਦੀ ਇਹ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਾਰਜਸ਼ੀਲ ਹੋਵੇਗੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਾਉਣ ਦੇ ਲਈ ਯਤਨ ਆਰੰਭੇਗੀ। ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਨਾਲ ਲੋਕ ਸਭਾ ਦੇ ਤੱਕ ਵੀ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਅਸੀਂ ਇਹਨਾਂ ਸਭ ਕੰਮਾਂ ਤੋਂ ਬਾਅਦ ਵੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਾਉਣ ਦੇ ਵਿੱਚ ਨਾਕਾਮਯਾਬ ਰਹੇ ਤਾਂ ਅਸੀਂ ਇਸ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੈ ਕੇ ਜਾਵਾਂਗੇ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਮੁੱਦੇ ਨੂੰ ਚੁੱਕ ਕੇ ਇੱਕ ਲਹਿਰ ਖੜੀ ਕੀਤੀ ਜਾ ਸਕਦੀ ਹੈ, ਕਿਉਂਕਿ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲਗਾਤਾਰ ਸਿੱਖ ਵਿਰੋਧੀ ਤਾਕਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਕਤ ਨੂੰ ਖਤਮ ਕਰਨ ਦੇ ਲਈ ਲੱਗੀਆਂ ਹੋਈਆਂ ਨੇ। ਇਸ ਮੌਕੇ ਇਸ ਇਜਲਾਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀ ਕੁਝ ਆਖਿਆ ਤੇ ਇਸ ਇਜਲਾਸ ਦੇ ਵਿੱਚ ਕਿਹੜੇ ਮਤੇ ਪਾਸ ਹੋਏ ਨੇ ਉਹ ਤੁਹਾਡੇ ਨਾਲ ਸਾਹਮਣੇ ਰੱਖਦੇ ਹਾਂ। ਅੱਜ ਇਸ ਦੇਸ਼ ਦੀ ਸਰਕਾਰ ਬੜੀ ਤੇਜ਼ੀ ਨਾਲ ਮਾਈਨੋਰਟੀ ਕਮਿਊਨਿਟੀਜ਼ ਦਾ ਗਲਾ ਘੁੱਟਣ ਲਈ ਹਿੰਦੂ ਤੱਤਵ ਦੀ ਗੱਲ ਕਰ ਰਹੀ ਆ ਔਰ ਇਹ ਅੱਜ ਦਾ ਹਾਊਸ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਨਹੀਂ ਕਰਦਾ, ਤਾੜਨਾ ਵੀ ਕਰਦਾ ਆ ਕਿ ਇਹ ਜਿਹੜਾ ਰਾਹ ਤੇ ਤੁਸੀਂ ਤੁਰੇ ਆ ਇਹ ਰਾਹ ਕੰਡਿਆਲਾ ਆ, ਇਹਦੇ ਤੇ ਆਪਾਂ ਨਾ ਕਰੀਏ। ਮੈਂ 2-3 ਜਿਹੜੇ ਰੈਲੀਵੈਂਟ ਹੈਗੇ ਉਹ ਮੈਂ ਤੁਹਾਡੇ ਸਾਹਮਣੇ ਤੁਹਾਡੇ ਪੇਸ਼ ਕਰ ਦਿੰਦਾ ਉਹਨਾਂ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਮਹਿਸੂਸ ਕਰਦਾ ਹੈ ਕਿ ਸਰਕਾਰ ਵੱਲੋਂ ਘੱਟ ਗਿਣਤੀਆਂ ਕੌਮਾਂ ਨੂੰ ਦਬਾਉਣ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ। ਵੋਟਾਂ ਦੀ ਰਾਜਨੀਤੀ ਤੇ ਚੱਲਦਿਆਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਸਰਕਾਰ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਸ ਵੱਲੋਂ ਸੰਵਿਧਾਨ ਦੀ ਪਰਵਾਹ ਕੀਤੇ ਬਿਨਾਂ ਘੱਟ ਗਿਣਤੀਆਂ ਨਾਲ ਸੰਬੰਧਿਤ ਚੁਣੀਆਂ ਹੋਈਆਂ ਧਾਰਮਿਕ ਸੰਸਥਾਵਾਂ ਨੂੰ ਸਿੱਧੀ ਚੁਣੌਤੀ ਦਿੱਤੀ ਜਾ ਰਹੀ ਹੈ। ਪਹਿਲਾਂ ਕਾਂਗਰਸ ਪਾਰਟੀ ਜਿਹੀ ਅਵਗਿਆ ਕਰਦੀ ਸੀ, ਸਿੱਖਾਂ ਨਾਲ ਸਿੱਧੀ ਟੱਕਰ ਲੈਂਦੀ ਸੀ ਤੇ ਹੁਣ ਮੌਜੂਦਾ ਸਰਕਾਰ ਵੀ ਉਸੇ ਰਾਹ ਤੇ ਤੁਰ ਪਈ ਆ ਤੇ ਇਹ ਅਖੀਰ ਦੇ ਵਿੱਚ ਇਜਲਾਸ ਸਰਕਾਰਾਂ ਨੂੰ ਤਾੜਨਾ ਕਰਦਾ ਹੈ ਕਿ ਘੱਟ ਗਿਣਤੀਆਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਬੰਦ ਕੀਤਾ ਜਾਵੇ। ਭਾਰਤ ਅੰਦਰ ਵੱਸਦੇ ਹਰ ਧਰਮ ਦੇ ਹੱਕ ਹਕੂਕ ਸੁਰੱਖਿਅਤ ਰੱਖਣੇ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ, ਜਿਸ ਦਾ ਸਖਤੀ ਨਾਲ ਪਾਲਣਾ ਕੀਤਾ ਜਾਵੇ। ਸਰਕਾਰਾਂ ਸੰਵਿਧਾਨਕ ਦਾਇਰੇ ਅੰਦਰ ਰਹਿ ਕੇ ਕਾਰਜ ਕਰਨ, ਨਾ ਕਿ ਕਿਸੇ ਇੱਕ ਧਿਰ ਦੀ ਸਰਪ੍ਰਸਤੀ ਹੇਠ ਘੱਟ ਗਿਣਤੀਆਂ ਖਿਲਾਫ ਭੁਗਤਣ। ਸੋ ਇਹ ਅੱਜ ਚੇਚੇ ਤੌਰ ਤੇ ਇਹ ਸਾਰੇ ਆਪਣੇ ਬੈਠ ਕੇ ਹਾਊਸ 'ਚ ਡਿਸਕਸ ਵੀ ਹੋਇਆ ਤੇ ਸਰਬਸੰਮਤੀ ਨਾਲ ਇੱਕ ਸੁਰਤਾ ਦੇ ਨਾਲ ਜਿਹੜਾ ਇਹ ਸਾਰਾ ਹੀ ਹੋਇਆ ਫੈਸਲਾ। ਤੇ ਅਸੀਂ ਅਗਾਂਹ ਵੀ ਇੱਕ ਰਣਨੀਤੀ ਬਣਾਈ ਆ ਕਿ ਇਹ 6 ਮੈਂਬਰੀ ਕਮੇਟੀ ਸਾਰਿਆਂ ਨਾਲ ਸੰਪਰਕ ਕਰਕੇ ਜੇ ਇਹਨਾਂ ਨੂੰ ਦੇਸ਼ ਦਾ ਵੀ ਦੌਰਾ ਕਰਨਾ ਪਿਆ 2-2 ਦਿਨ 3-3 ਦਿਨ ਇਹ ਦੌਰਾ ਵੀ ਕਰਨ ਤੇ ਫਿਰ ਵੀ ਸਾਡੇ ਕੁਝ ਪੱਲੇ ਨਹੀਂ ਪੈਂਦਾ, ਫਿਰ ਇੱਕ ਵਰਲਡ ਪੱਧਰੀ ਇਕੱਠ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਦੂਗੀ,
ਜਿਹਦੇ ਵਿੱਚ ਸਮੁੱਚੀ ਮਨੁੱਖੀ ਇਸ ਆਪਣੀ ਧਰਤੀ ਦੇ ਦੇਸ਼ 'ਚ ਵਿਦੇਸ਼ 'ਚ ਸਮੁੱਚੀ ਦੁਨੀਆ ਦੇ ਸਿੱਖਾਂ ਨੂੰ ਬੇਨਤੀ ਕਰਾਂਗੇ ਭਈ ਇਹ ਸਾਡੇ ਨਾਲ ਵੱਡਾ ਧੱਕਾ ਹੋਇਆ। ਲੋਕ ਮਹਿਸੂਸ ਵੀ ਅੱਜ ਕਰਦੇ ਆ। ਉਹ ਫਿਰ ਅਗਲਾ ਸਟੈਪ ਜਿਹੜਾ ਆ ਉਹ ਇਹ ਤੋਂ ਬਾਅਦ ਹੋਊਗਾ। ਮੈਂ ਤਾਂ ਇਹੋ ਹੀ ਆਸ ਰੱਖਦਾ ਭਈ ਮੈਂਬਰ ਸਾਹਿਬਾਨ ਜਦੋਂ ਪਾਰਲੀਮੈਂਟ ਦੇ ਆ, ਉਹ ਮੈਂਬਰ ਪਾਰਲੀਮੈਂਟ ਪੜ੍ਹੇ ਲਿਖੇ ਵੀ ਆ, ਵਿਦਵਾਨ ਵੀ ਆ, ਤੇ ਅੱਗੇ ਵੀ ਜਦੋਂ ਸਾਡਾ ਆਹ ਜਿਹੜਾ ਸਹਿਜਧਾਰੀ ਫੈਡਰੇਸ਼ਨ ਵਾਲਾ ਮਸਲਾ ਆਇਆ ਸੀਗਾ, ਉਦੋਂ ਵੀ ਕੱਲੇ ਮੈਂਬਰ ਨੂੰ, ਕੱਲੀ ਪਾਰਟੀ ਦੇ ਪ੍ਰਧਾਨ ਨੂੰ ਮਿਲੇ ਸੀ। ਇਹੋ ਕਾਰਨ ਆ ਕਿ ਰਾਜ ਸਭਾ ਦੇ ਵਿੱਚ ਸਰਕਾਰ ਦਾ ਬਹੁਮਤ ਨਾ ਹੋਣ ਦੇ ਬਾਵਜੂਦ ਸਰਬਸੰਮਤੀ ਦੇ ਨਾਲ ਉਹ ਮਤਾ ਪਹਿਲਾਂ ਰਾਜ ਸਭਾ 'ਚ ਪਾਸ ਹੋਇਆ ਸੀ। ਸੋ ਅੱਜ ਵੀ ਸਾਡਾ ਮੰਨਣਾ ਆ ਕਿ ਸਾਡੇ ਨਾਲ ਜਿਹੜਾ ਇਹ ਧੱਕਾ ਹੋਇਆ, ਉਹ ਧੱਕੇ ਲਈ ਇਹ ਮੈਂਬਰ ਸਾਹਿਬਾਨ ਯਤਨ ਕਰਕੇ ਤੁਰੰਤ ਉਹਦੇ ਲਈ ਆਪਾਂ ਫਿਰ ਸਾਰੇ ਇਕੱਠੇ ਹੋ ਕੇ ਯਤਨ ਕਰਾਂਗੇ ਤਾਂ ਕਿ ਆ ਜਿਹੜੇ ਉਲਝਦੇ ਮਸਲੇ ਸਾਡੇ, ਕਿਉਂਕਿ ਸਿੱਖਾਂ ਦੇ ਵਿੱਚ ਅੱਜ ਜਿਵੇਂ ਭਰਾ ਮਾਰੂ ਜੰਗ ਪ੍ਰੈਵਲੈਂਟ ਕਰ ਦਿੱਤੀ ਆ। ਸਾਡਾ ਇਹ ਸੁਭਾਅ ਨਹੀਂ, ਅਸੀਂ ਹਰਿਆਣੇ ਦੇ ਸਿੱਖ, ਚਾਹੇ ਰਾਜਸਥਾਨ ਦੇ ਸਿੱਖ, ਚਾਹੇ ਪਟਨੇ ਦੇ ਸਿੱਖ, ਚਾਹੇ ਹਜੂਰ ਸਾਹਿਬ ਦੇ ਸਿੱਖ, ਅਸੀਂ ਭਰਾ ਆ ਸਾਰੇ। ਜਿਹੜੇ ਪ੍ਰਬੰਧ ਆ ਆਪਣੇ ਚੱਲਦੇ ਆ, ਪਰ ਇਹ ਪ੍ਰਬੰਧ ਸਾਡੇ ਕੋਲੋਂ ਖੋਇਆ ਗਿਆ। ਇਸ ਕਰਕੇ ਅਸੀਂ ਉਹਨਾਂ ਭਰਾਵਾਂ ਦੇ ਨਾਲ ਆ। ਅਸੀਂ ਦਰਦ ਵੀ ਮਹਿਸੂਸ ਕਰਦੇ ਆ, ਪਰ ਸਾਡਾ ਨਾ ਤਾਂ ਕੋਈ ਗੋਲਕਾਂ ਦਾ ਝਗੜਾ, ਨਾ ਸਾਡੇ ਦਾ ਉਹਨਾਂ ਨਾਲ ਕੋਈ ਪੈਸੇ ਦਾ ਝਗੜਾ, ਨਾ ਸਾਡਾ ਉਹਨਾਂ ਦੇ ਨਾਲ ਕੋਈ ਹੋਰ ਕਿਸੇ ਢੰਗ ਦੀ ਲੜਾਈ ਆ। ਇਹ ਸਿਧਾਂਤਕ ਲੜਾਈ ਆ ਕਿ ਸਿੱਖਾਂ ਦੀ ਆਜ਼ਾਦੀ ਤੋਂ ਪਹਿਲਾਂ ਹਾਸਲ ਕੀਤੀ ਧਰਮ ਦੀ ਆਜ਼ਾਦੀ ਦੇ ਉੱਤੇ ਵੱਡਾ ਹਮਲਾ ਦੇਸ਼ ਭਾਰਤ ਦੇ ਵਿੱਚ ਆਜ਼ਾਦ ਹੋਣ ਤੋਂ ਬਾਅਦ, ਕਿ ਜਿਸ ਗੁਲਾਮੀ ਦੇ ਵਿੱਚ ਮੁਲਕ ਦੇ ਵਿੱਚ ਅਸੀਂ ਆਜ਼ਾਦੀ ਧਰਮ ਦੀ ਪ੍ਰਾਪਤ ਕੀਤੀ, ਅੱਜ ਮੋੜ ਫੇਰ ਕਿਤੇ ਸਾਨੂੰ ਉਹ ਸਾਸਤਾ ਨਹੀਂ ਕੀਤਾ ਕਰਵਾਇਆ ਜਾ ਰਿਹਾ। ਸੋ ਇੰਨੀ ਕੁ ਬੇਨਤੀ ਕਰਕੇ ਤੁਹਾਤੋਂ ਮੈਂ ਸਾਰਿਆਂ ਨੂੰ ਫਿਰ ਦੁਬਾਰਾ, ਜਿੱਦਾਂ ਮੈਂ ਕਿਹਾ ਸੀ ਪਹਿਲਾਂ, ਉੱਥੇ ਸਮਾਂ ਨਹੀਂ ਦੇ ਸਕੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੀਆਂ ਕਮੇਟੀ ਬਣਾ ਕੇ ਉਹਦੇ ਮਸਲੇ ਨੂੰ ਹੱਲ ਕਰਦਾ। ਜਥੇਦਾਰ ਇਸ ਕਮੇਟੀ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਗਾਹ ਨਹੀਂ ਆ ਰਿਹਾ, ਜਦਕਿ ਕੇਂਦਰੀ ਮੰਤਰੀ, ਗ੍ਰਹਿ ਮੰਤਰੀ ਜਥੇਦਾਰ ਕੋ ਆ ਕੇ ਮੀਟਿੰਗਾਂ ਕਰਦੇ ਨੇ। ਆਪਣੇ ਚੇਅਰਮੈਨ ਨੇ ਘੱਟ ਗਿਣਤੀ ਕਮਿਸ਼ਨ ਦੇ, ਉਹ ਵੀ ਜਥੇਦਾਰ ਸਾਹਿਬ ਕੋ ਆਪ ਆਉਂਦੇ ਨੇ। ਜਥੇਦਾਰ ਸਾਹਿਬ ਨੂੰ ਨਹੀਂ ਚਾਹੀਦਾ ਕਿ ਇਹਨੂੰ ਪਹਿਲ ਕਦਮੀ ਕਰਕੇ ਇਹਨੂੰ ਮਸਲੇ ਨੂੰ ਹੱਲ ਕਰਨਾ ਚਾਹੀਦਾ ਜੀ। ਸਿੰਘ ਸਾਹਿਬਾਨ ਅੱਜ ਬੋਲ ਕੇ ਵੀ ਸਾਡੇ ਹਾਊਸ 'ਚ ਗਏ, ਆਏ ਵੀ ਸੀਗੇ। ਸਾਨੂੰ ਨਹੀਂ ਨਾ ਸੁਣਨ ਦਿੱਤਾ ਜੀ, ਮੀਡੀਆ ਤੋਂ ਤੁਸੀਂ ਦੂਰ ਚਲੋ ਨਹੀਂ ਦੂਰ ਨਹੀਂ ਰੱਖਿਆ, ਉਹ ਦੂਰ ਨਹੀਂ ਰੱਖਿਆ, ਨਾ ਦੂਰ ਰੱਖਣ ਦਾ ਕੋਈ ਕਾਰਨ ਹੈ। ਹੁਣ ਤੁਹਾਡੇ ਰੂਪ ਰਹੀਆਂ ਸਾਰੇ, ਉੱਥੇ ਅੰਦਰ ਜਿਹੜੇ ਬੋਲਦੇ ਉਹ ਸਾਰਿਆਂ ਤੁਹਾਡੇ ਕੋਲੋਂ ਸੱਤ ਤੋਂ ਪਹਿਲਾਂ ਆ ਜਾਂਦੀਆਂ। ਸਿੰਘ ਸਾਹਿਬ ਨੇ ਵੀ ਆਪਣਾ ਜਿਹੜਾ ਪੱਖ ਸੀ ਅੱਜ ਉੱਥੇ ਰੱਖਿਆ ਆ ਅਸੀਂ ਉਹ ਪੱਖ ਨੂੰ ਹੀ ਅੱਗੇ ਗਾਹਾਂ ਕੇ ਤੋਰ ਲਈ। ਆਪਣੇ ਜਿਹੜਾ ਆ ਸਾਰਾ ਅੱਜ ਬੈਠ ਕੇ ਜਿਹੜੀ ਅਸੀਂ ਉਹ ਮੀਟਿੰਗ ਕੀਤੀ ਆ ਸਾਰੀ। ਮੀਟਿੰਗ ਸੀਗੀ ਦਰਾਜ ਜਿਹੜਾ ਸੱਦਿਆ ਗਿਆ, ਕਿ ਇਹ ਲੇਟ ਨਹੀਂ ਸੱਦਿਆ ਗਿਆ, ਕਦੋਂ ਦਾ ਫੈਸਲਾ ਆਇਆ ਹੋਇਆ, ਸਮੀਖਿਆ ਕਮਿਸ਼ਨ ਰੱਦ ਹੋ ਗਈ ਆ, ਔਰ ਦੂਸਰਾ ਅੱਜ ਸੁਣਿਆ ਪਤਾ ਲੱਗਾ ਬਹੁਤ ਘੱਟ ਮੈਂਬਰ ਸ਼ਾਮਲ ਹੋਏ ਆ, ਕਿਉਂ ਇਹਨੂੰ ਇੰਪੋਰਟੈਂਟ ਨਹੀਂ ਸਮਝਦੇ? ਦੇਖੋ ਜਿਹੜਾ ਅੱਜ ਦਾ ਜਨਰਲ ਇਜਲਾਸ, ਮੈਂ ਪਹਿਲਾਂ ਦੱਸਾਂ ਭਈ ਇਹ ਮੰਨ ਲਓ ਜੇ ਕਾਨੂੰਨਨ ਤੌਰ ਤੇ ਹਾਊਸ ਸਾਦੇ ਤੇ 21 ਦਿਨ ਘੱਟੋ ਘੱਟ ਚਾਹੀਦੇ ਆ। ਇਹ ਸਾਡਾ ਜਨਰਲ ਇਜਲਾਸ ਨਹੀਂ ਸੀ, ਇਹ ਸਾਡਾ ਜਨਰਲ ਹਾਊਸ ਦੀ ਇਕੱਤਰਤਾ ਸੀ। ਤੇ ਹੁਣ ਆਪਣੇ ਜਿੱਦਾਂ ਸਾਡੀ ਇਕੱਤਰਤਾ ਆਉਣੀ ਆ ਬਜਟ ਵਾਲੀ, ਇਸ ਕਰਕੇ ਕਈ ਵਾਰੀ ਮੈਂਬਰ ਜਿਹੜੇ ਆ, ਬਹੁਤਿਆਂ ਦੇ ਟੈਲੀਫੋਨ ਵੀ ਆਏ, ਫਿਰ ਵੀ 90 ਮੈਂਬਰ ਅੱਜ ਹਾਜ਼ਰ ਸੀ। ਔਰ 90 ਦੇ ਵਿੱਚੋਂ ਇੱਕ ਦੀ ਵੀ ਕਿਸੇ ਦੀ ਸੂਈ ਦੂਈ ਪਾਸੇ ਨੂੰ ਗਈ, ਸਿਰਫ ਇੱਥੇ ਰੱਖੀ ਗੱਲ ਸਾਰਿਆਂ ਨੇ ਵੀ ਇਹਦੇ ਵਿੱਚ ਅਸੀਂ ਇੱਕ ਸੁਰਤਾ ਦੇ ਨਾਲ ਤੁਹਾਡਾ ਧੰਨਵਾਦ ਕਰਾਂਗੇ, ਤੁਹਾਡੇ ਨਾਲ ਸਹਿਯੋਗ, ਜੋ ਵੀ ਤੁਸੀਂ ਪ੍ਰੋਗਰਾਮ ਲਿਖੋਗੇ ਉਹਦੇ ਅਸੀਂ ਮੋਹਰੇ ਹੋ ਕੇ ਬਜਟ ਚਲਾਕ ਦੇ ਵਿੱਚ ਹਰਿਆਣੇ ਦਾ ਬਜਟ ਰੱਖਿਆ ਜਾਏਗਾ ਜੀ? ਨਹੀਂ ਰੱਖਿਆ ਜਾਊਗਾ। ਉਹਦਾ ਫੋਟਕਲ ਨੋਟ ਦੇ ਕੇ ਅਸੀਂ ਫੋਟਕਲ ਨੋਟ ਦੇ ਕੇ ਅਸੀਂ ਉਹਦੀ ਵਿਵਸਥਾ ਰੱਖੀ ਆ, ਪਰ ਉਹਨੂੰ ਇਨਕਲੂਡ ਨਹੀਂ ਕੀਤਾ ਅਸੀਂ ਇਸ ਕਰਕੇ ਵੀ ਕਿਉਂਕਿ ਇਹਨਾਂ ਨੇ, ਸਰਕਾਰ ਨੇ ਉੱਥੇ ਜੇ ਹਿਸਾਬ ਦੇ ਨਾਲ ਗੁਰਮਰਿਆਦਾ ਦਾ ਉਲੰਘਣ ਕੀਤਾ, ਉਹ ਸਿੱਖ ਪਰੰਪਰਾਵਾਂ ਦੇ ਅਨੁਕੂਲ ਨੇ। ਥਾਣੇ ਦੇ ਵਿੱਚ ਵੀ ਜਿਹੜੀ ਗੁਰੂ ਸਾਹਿਬ ਦੀ ਬੇਇੱਜ਼ਤੀ ਹੋਈ ਆ, ਪਾਲਕੀ ਦੇ ਵਿੱਚ ਲੈ ਕੇ ਗਏ ਆ, ਬੈਰੀਕੇਡ ਤੋੜੇ ਗਏ ਆ, ਪਰ ਸਭ ਕਮੇਟੀ ਬਣ ਕੇ ਅੱਜ ਬੰਦ ਕਮਰਾ ਮੀਟਿੰਗ ਹੋਈ ਆ 2.5 ਘੰਟੇ। ਉਹ ਇਦਾਂ ਆ ਵੀ 6 ਤਰੀਕ ਨੂੰ ਅਸੀਂ ਜਿਹੜੀ ਜਥੇਦਾਰ ਸਾਹਿਬ ਨੇ ਕਮੇਟੀ ਬਣਾਈ ਆ, ਉਹਦੀ 6 ਤਰੀਕ ਨੂੰ ਆਪਣੇ ਆਨੰਦਪੁਰ ਸਾਹਿਬ ਮੀਟਿੰਗ ਰੱਖ ਲਈ ਆ। ਉਹ ਪਹਿਲੀ ਮੀਟਿੰਗ ਸਾਰੀਆਂ ਕਿਉਂਕਿ ਸੰਸਥਾਵਾਂ ਸੰਪਰਦਾਵਾਂ ਉੱਥੇ ਗਈਆਂ ਹੋਣੀਆਂ, ਤੇ ਉਹ ਸਿੰਘ ਸਾਹਿਬ ਵੱਲੋਂ ਬਣਾਈ ਗਈ ਆ। ਤੇ ਸਿੰਘ ਸਾਹਿਬ ਨੇ ਅਸੀਂ 15 ਦਿਨਾਂ 'ਚ ਰਿਪੋਰਟ ਦੇ ਕੇ ਉਹ ਅਗਲੇ ਦੀ ਕਾਰਵਾਈ ਸਿੰਘ ਸਾਹਿਬਾਨ ਆਪਣੀ 5 ਮੈਂਬਰੀ ਇਕੱਤਰਤਾ ਦੇ ਵਿੱਚ। ਇਹ ਮੈਂ ਅੱਜ ਨਹੀਂ ਦੱਸਣਾ, ਇਹ ਤੁਹਾਨੂੰ 29 ਤਰੀਕ ਨੂੰ ਬਜਟ ਵਾਲੇ ਦਿਨ ਦੱਸੂਗੇ, ਜਿਹੜੀ ਡੇਟ ਰੱਖਾਂਗੇ। ਲੋਕ ਸਭਾ ਮੈਂਬਰਾਂ ਨੂੰ ਮਿਲੇਗੀ ਕਮੇਟੀ, ਇਹਦਾ ਫਾਇਦਾ ਕੀ ਹੋਏਗਾ ਤੁਹਾਨੂੰ? ਇਹਦਾ ਬੜਾ ਫਾਇਦਾ ਹੁੰਦਾ ਜੀ,
ਕਿਉਂਕਿ ਮੈਂਬਰ ਪਾਰਲੀਮੈਂਟ ਜਿਹੜੇ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਆ ਹੁਣ ਹਰਿਆਣੇ ਦੇ ਵਿੱਚ ਪਿੱਛੇ ਜਿਹੜੀ ਸਾਡੇ ਆਪਣੇ ਕੀਤੀ ਇਹਨਾਂ ਨੇ ਆਰਡੀਨੈਂਸ ਜਾਰੀ ਕੀਤਾ, ਤੇ ਭਾਵੇਂ ਮੈਂਬਰ ਤਾਂ ਮੇਰੇ ਖਿਆਲ ਕਾਂਗਰਸ ਦਾ ਸੀਗਾ, ਉਹ ਅਸੈਂਬਲੀ 'ਚ ਬੋਲਿਆ ਨਾ ਖੁੱਲ੍ਹ ਕੇ। ਤੇ ਅਸੀਂ ਤਾਂ ਇਹ ਰਾਏ ਬਣਾਉਣੀ ਆ ਵੀ ਸਾਡੇ ਨਾਲ ਧੱਕਾ ਹੋਇਆ, ਅਸੀਂ ਘੱਟ ਗਿਣਤੀਆਂ ਤੇ ਸਾਡੇ ਨਾਲ ਬਿਲਕੁਲ ਹੀ ਧੱਕਾ ਕੀਤਾ ਇਹਨਾਂ ਨੇ, ਔਰ ਇਸ ਕਰਕੇ ਅਸੀਂ ਸਾਰਿਆਂ ਨੂੰ ਮਿਲਾਂਗੇ। ਤੇ ਮੈਨੂੰ ਆਸ ਆ, ਕਿਉਂਕਿ ਲੋਕ ਜਿਹੜੇ ਆ ਘੱਟ ਗਿਣਤੀਆਂ ਦੀ ਗੱਲ ਸੁਣਦੇ ਵੀ, ਤੇ ਖਾਸ ਕਰਕੇ ਸਿੱਖਾਂ ਦੀ, ਪਰ ਉਹ ਅਸੀਂ ਯਤਨ ਹੀ ਕਰ ਸਕਦੇ, ਉਹ ਯਤਨ ਅਸੀਂ ਆਪਣੇ ਤੌਰ ਤੇ ਕਰਾਂਗੇ। ਵਾਹਿਗੁਰੂ ਜੀ ਜਿਹੜਾ ਧੱਕਾ ਹੋਇਆ ਸ਼੍ਰੋਮਣੀ ਕਮੇਟੀ ਨਾਲ, ਇਹਦਾ ਮੁੱਖ ਦੋਸ਼ੀ ਕਿਹਨੂੰ ਮੰਨਦੇ ਹੋ? ਹਾਂਜੀ, ਮੁੱਖ ਦੋਸ਼ੀ ਕੌਣ ਹੈ ਜੀ ਇਸ ਧੱਕੇ ਦੇ? ਇਹ ਧੱਕੇ ਦੇ ਪਿੱਛੇ ਸਾਰਾ ਸਰਕਾਰ ਰਿਹਾ। ਸਰਕਾਰ ਮੈਂ ਤੁਹਾਨੂੰ ਦੱਸਦਾ, ਮਤਾ ਪੜਿਆ ਸੀ ਪਹਿਲਾਂ ਬੀਜੇਪੀ ਨੇ, ਕਾਂਗਰਸ ਨੇ ਉਸ ਬੀਜ ਨੂੰ ਪਾਣੀ ਪਾਇਆ ਸੀ ਨੇ, ਔਰ ਪੰਜਾਬ ਦੀ ਸਰਕਾਰ ਤੇ ਸਾਨੂੰ ਵੱਧ ਗੁੱਸਾ ਭਈ ਜੇ ਇਹ ਐਕਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਤੇ ਇਹ ਵੀ ਕਹਿ ਰਹੇ ਆ ਜੀ ਇਹ ਬਣਾ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਤੇ ਵੀ ਸਾਨੂੰ ਇਤਰਾਜ਼ ਹੈ। ਇਹ ਸਨ ਅੱਜ ਦੀਆਂ ਮੁੱਖ ਤੇ ਚੋਣਵੀਆਂ ਖਬਰਾਂ। ਤੁਸੀਂ ਦੇਖਦੇ ਰਹੋ PBC। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।